डियर स्टूडेंट्स, हाउ आर यू ऑल। ਅੱਜ ਦਾ ਸਾਡਾ ਇਹ ਸੈਸ਼ਨ 6ਵੀਂ ਕਲਾਸ ਦੇ ਸਾਇੰਸ ਵਿਸ਼ੇ ਨਾਲ ਸੰਬੰਧਿਤ ਹੈ, ਜਿਸ ਦੇ ਤਹਿਤ ਅੱਜ ਅਸੀਂ ਸਾਇੰਸ ਵਿਸ਼ੇ ਦਾ ਚੈਪਟਰ ਨੰਬਰ 9 ਜਿਸ ਦਾ ਨਾਮ ਹੈ ਸਜੀਵ ਅਤੇ ਉਹਨਾਂ ਦਾ ਚੌਗਿਰਦਾ ਮੀਨਸ ਦੀ ਲਿਵਿੰਗ ਆਰਗੇਨਿਜ਼ਮਸ ਐਂਡ देयर ਸਰਾਊਂਡਿੰਗਸ ਬਾਰੇ ਗੱਲ ਕਰਨ ਜਾ ਰਹੇ ਹਾਂ। ਪਿਆਰੇ ਵਿਦਿਆਰਥੀਓ, इस चैप्टर की प्रीवियस वीडियो विच असी जानिया सी आवास जां निवास स्थान मीनस हैबिटेट दियां दो मुख किस्मां हुंदियां हन। पहली है स्थली आवास मीनस टरैस्ट्रीयल हैबिटेट ते दूसरी हुंदी है जल आवास मीनस एक्वैटिक हैबिटेट। विद्यार्थियों, स्थली आवास मीनस टरैस्ट्रीयल हैबिटेट तो भाव है धरती ते मिलन वाले पौदिਆਂ ਅਤੇ ਜੰਤੂਆਂ ਦੇ ਆਵਾਸ, ਉਸਨੂੰ ਅਸੀਂ ਆਖਦੇ ਹਾਂ ਸਥਲੀ ਆਵਾਸ। ਉਦਾਹਰਨ ਦੇ ਤੌਰ ਤੇ ਮਨੁੱਖ, ਗਾਵਾਂ, ਹਿਰਨ, ਸ਼ੇਰ, ਚੀਤੇ ਇਹ ਸਾਰੇ ਸਥਲੀ ਜੀਵ ਹਨ। ਤੇ ਵਿਦਿਆਰਥੀਓ, ਜਲ ਆਵਾਸ ਮੀਨਸ ਐਕੁਐਟਿਕ ਹੈਬਿਟੇਟਸ, ਅਸਲ ਵਿੱਚ एक्वा वर्ड का मतलब हुंदा है पानी। सो पानी दे अंदर रहन वाले जीवां नूं असीं जली जीव आखदे हां, जिवें कि मच्छियां, कमल दा फुल आदि। विद्यार्थियों, आओ कुछ स्थली आवासां बारे डिटेल विच जाणदे हां। विद्यार्थियों, सब तो पहला स्थली आवास है मारूथल मीनस डेजर्ट्स। ਬੱਚਿਓ, ਕੀ ਤੁਸੀਂ ਭਾਰਤ ਦੇਸ਼ ਵਿੱਚ ਕਿਸੇ ਮਾਰੂਥਲੀ ਜਗ੍ਹਾ ਤੋਂ ਜਾਣੂ ਹੋ? ਵਿਦਿਆਰਥੀਓ, ਮਾਰੂਥਲ ਧਰਤੀ ਦਾ ਉਹ ਹਿੱਸਾ ਹੁੰਦਾ ਹੈ ਜਿੱਥੇ ਮਿੱਟੀ ਰੇਤਲੀ ਹੁੰਦੀ ਹੈ। ਸਾਡੇ ਭਾਰਤ ਦੇਸ਼ ਵਿੱਚ ਮਾਰੂਥਲ ਰਾਜਸਥਾਨ ਵਿੱਚ ਹੈ। ਵਿਦਿਆਰਥੀਓ, ਮਾਰੂਥਲ ਜ਼ਿਆਦਾਤਰ ਦਿਨ ਦੇ ਸਮੇਂ ਬਹੁਤ ਗਰਮ ਹੁੰਦੇ ਹਨ। ਇੱਥੇ ਦਿਨ ਸਮੇਂ ਦਾ ਤਾਪਮਾਨ ਲਗਭਗ 45 ਡਿਗਰੀ ਸੈਲਸੀਅਸ ਤੋਂ 50 ਡਿਗਰੀ ਸੈਲਸੀਅਸ ਤੱਕ ਪਹੁੰਚ ਜਾਂਦਾ ਹੈ। ਤੇ ਵਿਦਿਆਰਥੀਓ, ਰਾਤ ਸਮੇਂ ਇਹ ਠੰਡੇ ਹੁੰਦੇ ਹਨ। ਮਾਰੂਥਲੀ ਖੇਤਰਾਂ ਵਿੱਚ ਵਰਖਾ ਵੀ ਬਹੁਤ ਘੱਟ ਮਾਤਰਾ ਵਿੱਚ ਹੁੰਦੀ ਹੈ। ਮਾਰੂਥਲੀ ਇਲਾਕਿਆਂ ਵਿੱਚ ਵਰਖਾ ਦੀ ਸਾਲਾਨਾ ਦਰ 25 ਸੈਂਟੀਮੀਟਰ ਤੱਕ ਹੁੰਦੀ ਹੈ। ਇਸ ਲਈ ਮਾਰੂਥਲੀ ਇਲਾਕਿਆਂ ਵਿੱਚ ਪਾਣੀ ਵੀ ਬਹੁਤ ਘੱਟ ਮਾਤਰਾ ਵਿੱਚ ਮਿਲਦਾ ਹੈ। ਫਿਰ ਵੀ ਕੁਝ ਖਾਸ ਪੌਦੇ ਅਤੇ ਜੰਤੂ ਮਾਰੂਥਲੀ ਇਲਾਕਿਆਂ ਵਿੱਚ ਜਿਉਂਦੇ ਰਹਿ ਸਕਦੇ ਹਨ। ਆਓ ਜਾਣੀਏ ਇਹਨਾਂ ਕਠਿਨ ਸਥਿਤੀਆਂ ਵਿੱਚ ਵੀ ਇਹ ਕਿਵੇਂ ਆਪਣੇ ਆਪ ਨੂੰ ਢਾਲਦੇ ਹਨ। ਸਭ ਤੋਂ ਪਹਿਲਾਂ ਅਸੀਂ ਪੌਦਿਆਂ ਬਾਰੇ ਜਾਣਾਂਗੇ ਕਿ ਇਹ ਪੌਦੇ ਕਿਵੇਂ ਮਾਰੂਥਲ ਲਈ ਅਨੁਕੂਲਿਤ ਹੁੰਦੇ ਹਨ। ਵਿਦਿਆਰਥੀਓ, ਕੈਕਟਸ ਦਾ ਪੌਦਾ ਜ਼ਿਆਦਾਤਰ ਮਾਰੂਥਲ ਇਲਾਕਿਆਂ ਵਿੱਚ ਵੱਧਦਾ ਫੁੱਲਦਾ ਹੈ। ਆਓ ਇਸ ਪੌਦੇ ਦੀਆਂ ਅਨੁਕੂਲਿਤ ਸਥਿਤੀਆਂ ਬਾਰੇ ਜਾਣੀਏ। ਵਿਦਿਆਰਥੀਓ, ਇਸ ਪੌਦੇ ਦੀਆਂ ਜੜ੍ਹਾਂ ਬਹੁਤ ਲੰਬੀਆਂ ਹੁੰਦੀਆਂ ਹਨ ਤਾਂ ਜੋ ਇਹ ਮਾਰੂਥਲ ਹੇਠਾਂ ਡੂੰਘਾਈ ਤੋਂ ਪਾਣੀ ਦਾ ਸੋਖਣ ਕਰ ਸਕਣ। ਇਹਨਾਂ ਦੇ ਪੱਤੇ ਕੰਡਿਆਂ ਦਾ ਰੂਪ ਧਾਰਨ ਕਰ ਲੈਂਦੇ ਹਨ ਤਾਂ ਜੋ ਪੱਤੀਆਂ ਵਿੱਚ ਵਾਸ਼ਪ ਉਤਸਰਜਨ ਰਾਹੀਂ ਹੋਣ ਵਾਲੇ ਪਾਣੀ ਦੇ ਨੁਕਸਾਨ ਵਿੱਚ ਕਮੀ ਆਵੇ। ਜ਼ਿਆਦਾਤਰ ਇਹਨਾਂ ਪੌਦਿਆਂ ਦਾ ਤਣਾ ਮੋਟਾ ਹੁੰਦਾ ਹੈ ਅਤੇ ਤਣੇ ਉੱਪਰ ਇੱਕ ਮੋਟੀ ਮੋਮ ਦੀ ਪਰਤ ਹੁੰਦੀ ਹੈ ਜਿਸ ਨਾਲ ਪੌਦੇ ਨੂੰ ਪਾਣੀ ਬਚਾਉਣ ਵਿੱਚ ਸਹਾਇਤਾ ਮਿਲਦੀ ਹੈ। ਵਿਦਿਆਰਥੀਓ, ਇਹਨਾਂ ਪੌਦਿਆਂ ਵਿੱਚ ਪ੍ਰਕਾਸ਼ ਸੰਸਲੇਸ਼ਨ ਆਮ ਤੌਰ ਤੇ ਤਣੇ ਰਾਹੀਂ ਹੁੰਦਾ ਹੈ। ਵਿਦਿਆਰਥੀਓ, ਆਓ ਕਿਰਿਆ ਰਾਹੀਂ ਸਮਝਣ ਦੀ ਕੋਸ਼ਿਸ਼ ਕਰੀਏ ਕਿ ਕਿਸ ਤਰ੍ਹਾਂ ਕੈਕਟਸ ਦਾ ਪੌਦਾ ਆਮ ਸਥਲੀ ਪੌਦਿਆਂ ਨਾਲੋਂ
ਘੱਟ ਪਾਣੀ ਵਿੱਚ ਵੀ ਵੱਧ ਫੁੱਲ ਸਕਦਾ ਹੈ। ਵਿਦਿਆਰਥੀਓ, ਇਸ ਕਿਰਿਆ ਨੂੰ ਕਰਨ ਲਈ ਅਸੀਂ 2 ਗਮਲੇ ਲਏ ਹਨ, ਜਿਨ੍ਹਾਂ ਵਿੱਚ ਇੱਕ ਵਿੱਚ ਕੈਕਟਸ ਦਾ ਪੌਦਾ ਅਤੇ ਦੂਸਰੇ ਵਿੱਚ ਆਮ ਪੱਤਿਆਂ ਵਾਲਾ ਪੌਦਾ ਲੱਗਾ ਹੈ। ਵਿਦਿਆਰਥੀਓ, ਇਹਨਾਂ ਦੋਵਾਂ ਪੌਦਿਆਂ ਦੇ ਕੁਝ ਭਾਗ ਨੂੰ ਅਸੀਂ ਪੋਲੀਥੀਨ ਥੈਲੀ ਨਾਲ ਢੱਕ ਕੇ ਹੇਠਾਂ ਵਾਲੇ ਪਾਸੇ ਤੋਂ ਧਾਗੇ ਨਾਲ ਬੰਨ੍ਹ ਦਿੱਤਾ ਹੈ। ਵਿਦਿਆਰਥੀਓ, ਅਸੀਂ ਇਹਨਾਂ ਪੌਦਿਆਂ ਨੂੰ ਕੁਝ ਘੰਟਿਆਂ ਤੱਕ ਇਸ ਤਰ੍ਹਾਂ ਦੀ ਹਾਲਤ ਵਿੱਚ ਸੂਰਜ ਦੀ ਰੌਸ਼ਨੀ ਵਿੱਚ ਰੱਖ ਦਿੰਦੇ ਹਾਂ। ਵਿਦਿਆਰਥੀਓ, ਕੁਝ ਘੰਟਿਆਂ ਬਾਅਦ ਜਦੋਂ ਅਸੀਂ ਇਹਨਾਂ ਗਮਲਿਆਂ ਨੂੰ ਦੇਖਿਆ, ਅਸੀਂ ਦੇਖਿਆ ਕਿ ਪਾਣੀ ਦੇ ਵਾਸ਼ਪ ਉਸ ਪੋਲੀਥੀਨ ਵਿੱਚ ਜ਼ਿਆਦਾ ਹਨ ਜਿਸ ਵਿੱਚ ਪੱਤਿਆਂ ਵਾਲਾ ਪੌਦਾ ਸੀ, ਅਤੇ ਕੈਕਟਸ ਦੇ ਪੌਦੇ ਵਾਲੇ ਪੋਲੀਥੀਨ ਵਿੱਚ ਵਾਸ਼ਪਾਂ ਦੀ ਮਾਤਰਾ ਬਹੁਤ ਘੱਟ ਹੈ। ਸੋ ਵਿਦਿਆਰਥੀਓ, ਇਸ ਤੋਂ ਭਾਵ ਹੈ ਕਿ ਪੱਤਿਆਂ ਵਾਲੇ ਹਰੇ ਪੌਦੇ ਪਾਣੀ ਜ਼ਿਆਦਾ ਮਾਤਰਾ ਵਿੱਚ ਹਵਾ ਵਿੱਚ ਛੱਡਦੇ ਹਨ। ਇਸ ਵਿਧੀ ਨੂੰ ਅਸੀਂ ਵਾਸ਼ਪ ਉਤਸਰਜਨ ਵਿਧੀ ਆਖਦੇ ਹਾਂ, ਜਦੋਂ ਕਿ ਮਾਰੂਥਲੀ ਪੌਦੇ ਜਿਵੇਂ ਕਿ ਕੈਕਟਸ ਆਦਿ ਇਹ ਵਾਸ਼ਪ ਉਤਸਰਜਨ ਵਿਧੀ ਰਾਹੀਂ ਘੱਟ ਮਾਤਰਾ ਵਿੱਚ ਪਾਣੀ ਛੱਡਦੇ ਹਨ। ਵਿਦਿਆਰਥੀਓ, ਇਸ ਕਿਰਿਆ ਨਾਲ ਸੰਬੰਧਿਤ NCERT ਦੀ ਬੁੱਕ ਦਾ ਬੈਕ ਐਕਸਰਸਾਈਜ਼ ਦਾ ਪ੍ਰਸ਼ਨ ਨੰਬਰ 2 ਜੋ ਕਿ ਤੁਹਾਡੀ ਸਕਰੀਨ ਉੱਪਰ ਫਲੈਸ਼ ਹੋ ਰਿਹਾ ਹੈ, ਆਓ ਇਸ ਬਾਰੇ ਪੜ੍ਹਦੇ ਹਾਂ। ਕੈਕਟਸ ਮਾਰੂਥਲ ਵਿੱਚ ਜੀਵਨ ਗੁਜ਼ਾਰਨ ਲਈ ਕਿਸ ਤਰ੍ਹਾਂ ਅਨੁਕੂਲਿਤ ਹੈ? ਸੋ ਵਿਦਿਆਰਥੀਓ, ਇਸ ਦਾ ਉੱਤਰ ਹੈ ਕੈਕਟਸ ਦੇ ਪੱਤੇ ਕੰਡਿਆਂ ਦੇ ਰੂਪ ਵਿੱਚ ਹੁੰਦੇ ਹਨ ਤਾਂ ਕਿ ਵਾਸ਼ਪ ਉਤਸਰਜਨ ਘੱਟ ਹੋ ਜਾਵੇ। ਵਿਦਿਆਰਥੀਓ, ਦੂਸਰਾ ਪੁਆਇੰਟ ਹੈ ਕੈਕਟਸ ਦਾ ਤਣਾ ਮੋਟਾ ਹੁੰਦਾ ਹੈ ਜੋ ਪਾਣੀ ਸੰਭਾਲ ਕੇ ਰੱਖਦਾ ਹੈ ਅਤੇ ਪ੍ਰਕਾਸ਼ ਸੰਸਲੇਸ਼ਨ ਵੀ ਕਰਦਾ ਹੈ। ਤੇ ਵਿਦਿਆਰਥੀਓ, ਥਰਡ ਪੁਆਇੰਟ ਇਸ ਵਿੱਚ ਅਸੀਂ ਲਿਖਾਂਗੇ ਜੜ੍ਹਾਂ ਮਿੱਟੀ ਵਿੱਚ ਡੂੰਘੀਆਂ ਚਲੀਆਂ ਜਾਂਦੀਆਂ ਹਨ ਤਾਂ ਕਿ ਪਾਣੀ ਸੋਖ ਸਕਣ। In English, how are cactus adapted to survive in deserts? The answer of this question is, first point is modified to spine to reduce transpiration. Second is photosynthesis is carried by the stem. Third point is the stem is covered by a thick waxy layer that helps to retain water. And the fourth point is cactus have roots that go very deep into the soil for absorbing water. ਸੋ ਵਿਦਿਆਰਥੀਓ, ਆਓ ਹੁਣ ਜਾਣੀਏ ਕਿ ਮਾਰੂਥਲ ਇਲਾਕਿਆਂ ਵਿੱਚ ਜੰਤੂ ਕਿਵੇਂ ਅਨੁਕੂਲਿਤ ਵਾਤਾਵਰਣ ਵਿੱਚ ਆਪਣੇ ਆਪ ਨੂੰ ਢਾਲਦੇ ਹਨ। ਵਿਦਿਆਰਥੀਓ, ਮਾਰੂਥਲ ਵਿੱਚ ਰਹਿਣ ਵਾਲੇ ਚੂਹੇ, ਸੱਪ ਆਦਿ ਦਿਨ ਦੀ ਗਰਮੀ ਤੋਂ ਬਚਣ ਲਈ ਧਰਤੀ ਦੇ ਅੰਦਰ ਡੂੰਘੀਆਂ ਖੁੱਡਾਂ ਵਿੱਚ ਰਹਿੰਦੇ ਹਨ ਅਤੇ ਰਾਤ ਸਮੇਂ ਜਦੋਂ ਤਾਪਮਾਨ ਵਿੱਚ ਗਿਰਾਵਟ ਆਉਂਦੀ ਹੈ ਤਾਂ ਇਹ ਜੰਤੂ ਬਾਹਰ ਨਿਕਲ ਆਉਂਦੇ ਹਨ। ਤੇ ਪਿਆਰੇ ਵਿਦਿਆਰਥੀਓ, ਊਂਠ ਤਾਂ ਦਿਨ ਅਤੇ ਰਾਤ ਸਮੇਂ ਮਾਰੂਥਲ ਇਲਾਕਿਆਂ ਵਿੱਚ ਧਰਤੀ ਤੇ ਹੀ ਰਹਿੰਦਾ ਹੈ। ਸੋ ਆਓ ਅਸੀਂ ਜਾਣੀਏ ਕਿ ਊਂਠ ਕਿਵੇਂ ਮਾਰੂਥਲੀ ਇਲਾਕਿਆਂ ਵਿੱਚ ਆਪਣੇ ਆਪ ਨੂੰ ਅਨੁਕੂਲਿਤ ਕਰਦਾ ਹੈ। ਬੱਚਿਓ, ਊਂਠ ਇੱਕ ਵਾਰ ਵਿੱਚ ਬਹੁਤ ਸਾਰਾ ਪਾਣੀ ਪੀ ਲੈਂਦਾ ਹੈ ਅਤੇ ਫਿਰ ਬਿਨਾਂ ਪਾਣੀ ਤੋਂ ਉਹ ਕਾਫੀ ਲੰਬੇ ਸਮੇਂ ਤੱਕ ਜਿਉਂਦਾ ਰਹਿ ਸਕਦਾ ਹੈ। ਤੇ ਵਿਦਿਆਰਥੀਓ, ਊਂਠ ਦੀਆਂ ਲੱਤਾਂ
ਲੰਬੀਆਂ ਹੁੰਦੀਆਂ ਹਨ, ਜਿਸ ਨਾਲ ਉਸ ਦਾ ਸਰੀਰ ਰੇਤ ਦੀ ਗਰਮੀ ਤੋਂ ਦੂਰ ਰਹਿੰਦਾ ਹੈ। ਵਿਦਿਆਰਥੀਓ, ਉਹ ਬਹੁਤ ਘੱਟ ਮਾਤਰਾ ਵਿੱਚ ਮੂਤਰ ਤਿਆਗ ਕਰਦਾ ਹੈ। ਉਸ ਦਾ ਮਲ ਵੀ ਖੁਸ਼ਕ ਹੁੰਦਾ ਹੈ ਅਤੇ ਉਸ ਨੂੰ ਪਸੀਨਾ ਵੀ ਨਹੀਂ ਆਉਂਦਾ। ਸੋ ਵਿਦਿਆਰਥੀਓ, ਤੁਸੀਂ ਸਮਝ ਗਏ ਹੋਵੋਗੇ ਕਿ ਕਿਵੇਂ ਪੌਦੇ ਅਤੇ ਜੰਤੂਆਂ ਦੀਆਂ ਕੁਝ ਖਾਸ ਕਿਸਮਾਂ ਮਾਰੂਥਲੀ ਇਲਾਕਿਆਂ ਵਿੱਚ ਜਿਉਂਦੇ ਰਹਿ ਸਕਦੀਆਂ ਹਨ। ਪਹਾੜੀ ਖੇਤਰ ਆਮ ਤੌਰ 'ਤੇ ਬਹੁਤ ਠੰਡੇ ਹੁੰਦੇ ਹਨ ਅਤੇ ਇਹਨਾਂ ਇਲਾਕਿਆਂ ਵਿੱਚ ਤੇਜ਼ ਹਵਾਵਾਂ ਚੱਲਦੀਆਂ ਹਨ। ਇਹਨਾਂ ਖੇਤਰਾਂ ਵਿੱਚ ਸਰਦੀਆਂ ਵਿੱਚ ਆਮ ਤੌਰ 'ਤੇ ਬਰਫ਼ਬਾਰੀ ਹੁੰਦੀ ਹੈ। ਤੇ ਵਿਦਿਆਰਥੀਓ, ਪਹਾੜੀ ਖੇਤਰਾਂ ਵਿੱਚ ਪੌਦਿਆਂ ਅਤੇ ਜੰਤੂਆਂ ਦੀਆਂ ਅਨੇਕ ਪ੍ਰਜਾਤੀਆਂ ਮਿਲਦੀਆਂ ਹਨ। ਸੋ ਆਓ ਪਹਾੜੀ ਖੇਤਰਾਂ ਵਿੱਚ ਹੋਣ ਵਾਲੇ ਪੌਦਿਆਂ ਅਤੇ ਜੰਤੂਆਂ ਦੀਆਂ ਅਨੁਕੂਲਿਤ ਹਾਲਤਾਂ ਬਾਰੇ ਚਾਨਣਾ ਪਾਈਏ। ਵਿਦਿਆਰਥੀਓ, ਸਭ ਤੋਂ ਪਹਿਲਾਂ ਅਸੀਂ ਪੌਦਿਆਂ ਵਿੱਚ ਅਨੁਕੂਲਨ ਬਾਰੇ ਜਾਣਾਂਗੇ। ਵਿਦਿਆਰਥੀਓ, ਦੇਵਦਾਰ ਦੇ ਦਰਖਤ ਆਮ ਤੌਰ 'ਤੇ ਪਹਾੜੀ ਖੇਤਰਾਂ ਵਿੱਚ ਢਲਾਨ ਵਿੱਚ ਲੱਗੇ ਹੁੰਦੇ ਹਨ ਤੇ ਢਲਾਨੀ ਖੇਤਰ ਹੋਣ ਕਰਕੇ ਪਾਣੀ ਦਾ ਵਹਾਅ ਜ਼ਿਆਦਾ ਹੋਣ ਕਰਕੇ ਇਹਨਾਂ ਪੌਦਿਆਂ ਦੇ ਪੱਤੇ ਸੂਈ ਵਰਗੇ ਹੁੰਦੇ ਹਨ ਅਤੇ ਇਹਨਾਂ ਉੱਪਰ ਮੋਮ ਵਰਗੀ ਮੋਟੀ ਪਰਤ ਹੁੰਦੀ ਹੈ ਤਾਂ ਜੋ ਵਾਸ਼ਪ ਉਤਸਰਜਨ ਰਾਹੀਂ ਇਹਨਾਂ ਪੌਦਿਆਂ ਵਿੱਚ ਪਾਣੀ ਦੀ ਕਮੀ ਨਾ ਆਵੇ। ਵਿਦਿਆਰਥੀਓ, ਇਹ ਪੌਦੇ ਜ਼ਿਆਦਾਤਰ ਸ਼ੰਕੂਨੁਮਾ ਅਤੇ ਤਿਰਛੀਆਂ ਸ਼ਿਖਾਵਾਂ ਵਾਲੇ ਹੁੰਦੇ ਹਨ ਤਾਂ ਜੋ ਬਰਫ਼ ਦੇ ਪੈਣ ਨਾਲ ਬਰਫ਼ ਇਹਨਾਂ ਉੱਪਰ ਟਿਕ ਨਾ ਸਕੇ। ਇਸੇ ਤਰ੍ਹਾਂ ਵਿਦਿਆਰਥੀਓ, ਜੰਤੂ ਜਿਵੇਂ ਕਿ ਯਾਕ, ਰਿਛ, ਪਹਾੜੀ ਬੱਕਰੀ ਅਤੇ ਪਹਾੜੀ ਤੇਂਦੂਆ ਪਹਾੜਾਂ ਵਿੱਚ ਆਸਾਨੀ ਨਾਲ ਰਹਿ ਸਕਦੇ ਹਨ। ਇਹਨਾਂ ਜੰਤੂਆਂ ਦੇ ਸਰੀਰ ਤੇ ਮੋਟੇ ਵਾਲਾਂ ਵਾਲੀ ਪਰਤ ਹੁੰਦੀ ਹੈ ਜੋ ਕਿ ਉਹਨਾਂ ਨੂੰ ਠੰਡ ਤੋਂ ਬਚਾਉਂਦੀ ਹੈ। ਵਿਦਿਆਰਥੀਓ, ਜਿਵੇਂ ਜਿਵੇਂ ਅਸੀਂ ਪਹਾੜੀ ਖੇਤਰ ਵਿੱਚ ਚੜ੍ਹਦੇ ਜਾਂਦੇ ਹਾਂ, ਚੌਗਿਰਦੇ ਦਾ ਰੂਪ ਬਦਲਦਾ ਜਾਂਦਾ ਹੈ ਅਤੇ ਸਾਨੂੰ ਵੱਖ-ਵੱਖ ਉਚਾਈਆਂ ਤੇ ਮਿਲਣ ਵਾਲੇ ਜੀਵਾਂ ਦੇ ਅਨੁਕੂਲਨ ਵਿੱਚ ਵੀ ਭਿੰਨਤਾ ਦਿਖਾਈ ਦਿੰਦੀ ਹੈ। ਵਿਦਿਆਰਥੀਓ, ਜੋ ਇਮੇਜ ਤੁਹਾਡੀ ਸਕਰੀਨ ਉੱਪਰ ਫਲੈਸ਼ ਹੋ ਰਿਹਾ ਹੈ, ਇਹ ਪੋਲਰ ਬੀਅਰ ਦਾ ਹੈ। ਵਿਦਿਆਰਥੀਓ, ਪੋਲਰ ਇਲਾਕੇ ਬਹੁਤ ਠੰਡੇ ਹੁੰਦੇ ਹਨ ਜਿੱਥੇ ਤਾਪਮਾਨ 0 ਡਿਗਰੀ ਤੋਂ ਵੀ ਘੱਟ ਹੁੰਦਾ ਹੈ। ਇੱਥੇ ਆਮ ਤੌਰ ਤੇ ਬਰਫ਼ ਜੰਮੀ ਹੁੰਦੀ ਹੈ। ਤੇ ਵਿਦਿਆਰਥੀਓ, ਪੋਲਰ ਰਿਛ ਇਹਨਾਂ ਬਰਫੀਲੇ ਇਲਾਕਿਆਂ ਵਿੱਚ ਆਸਾਨੀ ਨਾਲ ਰਹਿ ਸਕਦਾ ਹੈ। ਇਸੇ ਤਰ੍ਹਾਂ ਪੈਂਗੁਇਨ ਆਪਣੇ ਸਰੀਰ ਤੇ ਪਾਣੀ ਪ੍ਰਤੀਰੋਧੀ ਪਰਤ ਅਤੇ ਮੋਟੀ ਚਮੜੀ ਕਾਰਨ ਪੋਲਰ ਇਲਾਕਿਆਂ ਵਿੱਚ ਜਿੱਥੇ ਕਿ ਬਰਫ਼ ਹੁੰਦੀ ਹੈ ਆਸਾਨੀ ਨਾਲ ਰਹਿ ਸਕਦੇ ਹਨ, ਕਿਉਂਕਿ ਮੋਟੀ ਚਮੜੀ ਨਾਲ ਉਹਨਾਂ ਦੇ ਸਰੀਰ ਦਾ ਅੰਦਰੂਨੀ ਤਾਪਮਾਨ ਬਣਿਆ ਰਹਿੰਦਾ ਹੈ। ਤੇ ਵਿਦਿਆਰਥੀਓ, ਘਾਹ ਦੇ ਮੈਦਾਨ ਸੁੱਕੇ ਅਤੇ ਹਵਾਦਾਰ ਹੁੰਦੇ ਹਨ ਜਿੱਥੇ ਦਰਮਿਆਨੀ ਵਰਖਾ ਹੁੰਦੀ ਹੈ। ਇਹਨਾਂ ਇਲਾਕਿਆਂ ਵਿੱਚ ਹੋਣ ਵਾਲੇ ਘਾਹ ਦੀਆਂ ਡੰਡੀਆਂ ਲਚਕੀਲੀਆਂ ਹੁੰਦੀਆਂ ਹਨ ਜੋ ਕਿ ਤੇਜ਼ ਹਵਾਵਾਂ ਨਾਲ ਟੁੱਟਦੀਆਂ ਨਹੀਂ। ਵਿਦਿਆਰਥੀਓ, ਆਓ ਇਹਨਾਂ ਇਲਾਕਿਆਂ ਵਿੱਚ ਜੰਤੂਆਂ ਵਿੱਚ ਅਨੁਕੂਲਨ ਬਾਰੇ ਪੜ੍ਹੀਏ। ਵਿਦਿਆਰਥੀਓ, ਮਾਸਾਹਾਰੀ ਜੀਵ ਜਿਵੇਂ ਕਿ
ਸ਼ੇਰ, ਚੀਤਾ ਆਦि ਜੰਗਲ ਵਿੱਚ ਰਹਿੰਦੇ ਹਨ, ਉਹ ਦੂਸਰੇ ਜੰਤੂਆਂ ਨੂੰ ਮਾਰ ਕੇ ਆਪਣਾ ਭੋਜਨ ਤਿਆਰ ਕਰਦੇ ਹਨ। ਆਓ ਜਾਣੀਏ ਸ਼ੇਰ ਲਈ ਇਹ ਇਲਾਕੇ ਕਿਵੇਂ ਅਨੁਕੂਲਿਤ ਹਨ। ਸ਼ੇਰ ਦੀਆਂ ਅੱਖਾਂ ਉਸ ਦੇ ਚਿਹਰੇ ਤੇ ਸਾਹਮਣੇ ਹੁੰਦੀਆਂ ਹਨ ਤਾਂ ਜੋ ਉਹ ਆਪਣੇ ਸ਼ਿਕਾਰ ਨੂੰ ਆਸਾਨੀ ਨਾਲ ਦੇਖ ਸਕੇ। ਸ਼ੇਰ ਦੇ ਦੰਦ ਵੀ ਤਿੱਖੇ ਹੁੰਦੇ ਹਨ। ਤੇ ਵਿਦਿਆਰਥੀਓ, ਸ਼ੇਰ ਦਾ ਰੰਗ ਹਲਕਾ ਭੂਰਾ ਹੁੰਦਾ ਹੈ ਤਾਂ ਜੋ ਇਹ ਸ਼ਿਕਾਰ ਕਰਦੇ ਸਮੇਂ ਆਪਣੇ ਆਪ ਨੂੰ ਆਸਾਨੀ ਨਾਲ ਛਿਪਾ ਸਕਣ। ਇਹ ਸ਼ਿਕਾਰ ਨੂੰ ਫੜਨ ਲਈ ਬਹੁਤ ਤੇਜ਼ ਭੱਜ ਸਕਦੇ ਹਨ। ਬੱਚਿਓ, ਇਸੇ ਤਰ੍ਹਾਂ ਹਿਰਨ ਵੀ ਇਸ ਆਵਾਸ ਲਈ ਅਨੁਕੂਲਿਤ ਹੈ। ਹਿਰਨਾਂ ਦੀਆਂ ਅੱਖਾਂ ਸਾਹਮਣੇ ਹੁੰਦੀਆਂ ਹਨ ਅਤੇ ਇਹ ਬਹੁਤ ਦੂਰ ਤੱਕ ਦੇਖ ਸਕਦੇ ਹਨ। ਬੱਚਿਓ, ਹਿਰਨ ਦੇ ਕੰਨ ਲੰਬੇ ਹੁੰਦੇ ਹਨ ਤਾਂ ਜੋ ਇਹ ਸ਼ਿਕਾਰੀ ਜੰਤੂਆਂ ਦੀ ਆਵਾਜ਼ਾਂ ਨੂੰ ਸੁਣ ਸਕਣ। ਇਸੇ ਤਰ੍ਹਾਂ ਇਹ ਸ਼ਿਕਾਰੀ ਜੰਤੂਆਂ ਤੋਂ ਬਚਣ ਲਈ ਤੇਜ਼ ਗਤੀ ਨਾਲ ਦੌੜ ਸਕਦੇ ਹਨ। ਸੋ ਵਿਦਿਆਰਥੀਓ, ਅਸੀਂ ਜਾਣਿਆ ਕਿਵੇਂ ਵੱਖ-ਵੱਖ ਤਰ੍ਹਾਂ ਦੇ ਜੰਤੂ ਸਥਲੀ ਆਵਾਸਾਂ ਵਿੱਚ ਅਨੁਕੂਲਿਤ ਹੁੰਦੇ ਹਨ। ਆਓ ਹੁਣ ਅਸੀਂ ਕੁਝ ਜਲੀ ਜੀਵਾਂ ਅਤੇ ਪੌਦਿਆਂ ਬਾਰੇ ਜਾਣੀਏ ਜੋ ਕਿ ਜਲੀ ਆਵਾਸਾਂ ਵਿੱਚ ਆਪਣੇ ਆਪ ਨੂੰ ਅਨੁਕੂਲਿਤ ਕਰਦੇ ਹਨ। ਜਲੀ ਆਵਾਸ ਤੋਂ ਭਾਵ ਹੈ ਐਕੁਆਟਿਕ ਹੈਬਿਟੇਟ ਤੇ ਵਿਦਿਆਰਥੀਓ ਐਕੁਆ ਤੋਂ ਭਾਵ ਹੁੰਦਾ ਹੈ ਵਾਟਰ। ਵਿਦਿਆਰਥੀਓ, ਜਲੀ ਜੀਵਾਂ ਤੋਂ ਭਾਵ ਹੈ ਜਲੀ ਆਵਾਸ ਵਿੱਚ ਰਹਿਣ ਵਾਲੇ ਜੀਵ। ਤੇ ਵਿਦਿਆਰਥੀਓ, ਸ਼ਾਰਕ, ਮੱਛੀਆਂ ਅਤੇ ਕਮਲ ਦੇ ਪੌਦੇ ਜਲੀ ਜੀਵ ਹਨ ਜੋ ਕਿ ਝੀਲ, ਦਰਿਆ, ਨਦੀਆਂ ਅਤੇ ਸਮੁੰਦਰ ਵਿੱਚ ਰਹਿੰਦੇ ਹਨ। ਤੇ ਵਿਦਿਆਰਥੀਓ, ਆਓ ਜਾਣੀਏ ਇਹ ਇਹਨਾਂ ਹਾਲਾਤਾਂ ਵਿੱਚ ਆਪਣੇ ਆਪ ਨੂੰ ਕਿਵੇਂ ਅਨੁਕੂਲਿਤ ਕਰਦੇ ਹਨ। ਵਿਦਿਆਰਥੀਓ, ਸਮੁੰਦਰ ਨਮਕੀਨ ਪਾਣੀ ਦਾ ਸੋਮਾ ਹੈ ਅਤੇ ਮੱਛੀਆਂ ਪਾਣੀ ਵਿੱਚ ਰਹਿ ਸਕਦੀਆਂ ਹਨ। ਉਹ ਆਪਣੇ ਆਪ ਨੂੰ ਕਿਸ ਤਰ੍ਹਾਂ ਅਨੁਕੂਲਿਤ ਕਰਦੀਆਂ ਹਨ, ਆਓ ਜਾਣੀਏ। ਵਿਦਿਆਰਥੀਓ, ਉਹਨਾਂ ਦਾ ਆਕਾਰ ਸੁਚਾਰੂ ਮੀਨਸ ਸਟ੍ਰੀਮਲਾਈਨਡ ਹੁੰਦਾ ਹੈ ਜੋ ਕਿ ਪਾਣੀ ਦੁਆਰਾ ਲਗਾਏ ਰਗੜ ਬਲ ਨੂੰ ਘੱਟ ਕਰਦਾ ਹੈ ਤਾਂ ਜੋ ਮੱਛੀਆਂ ਆਸਾਨੀ ਨਾਲ ਤੈਰ ਸਕਣ। ਤੇ ਵਿਦਿਆਰਥੀਓ, ਇਹਨਾਂ ਦੇ ਸਰੀਰ ਤੇ ਗਲਫੜੇ ਮੀਨਸ ਗਿਲਸ ਹੁੰਦੇ ਹਨ ਜੋ ਕਿ ਸਾਹ ਲੈਣ ਵਿੱਚ ਮਦਦ ਕਰਦੇ ਹਨ। ਵਿਦਿਆਰਥੀਓ, ਮੱਛੀਆਂ ਪਾਣੀ ਵਿੱਚ ਪਰਾਂ ਰਾਹੀਂ ਮੀਨਸ ਫਿਨਸ ਰਾਹੀਂ ਤੈਰ ਸਕਦੀਆਂ ਹਨ। ਤੇ ਵਿਦਿਆਰਥੀਓ, ਡਾਲਫਿਨ ਅਤੇ ਵੇਲ ਵਰਗੀਆਂ ਮੱਛੀਆਂ ਦੇ ਗਲਫੜੇ ਨਹੀਂ ਹੁੰਦੇ। ਉਹ ਫੇਫੜਿਆਂ ਰਾਹੀਂ ਸਾਹ ਲੈਂਦੀਆਂ ਹਨ। ਉਹ ਸਾਹ ਨੱਕ ਖੋੜ ਮੀਨਸ ਨੋਸਟ੍ਰਿਲ ਰਾਹੀਂ ਲੈਂਦੀਆਂ ਹਨ ਜੋ ਕਿ ਉਹਨਾਂ ਦੇ ਸਿਰ ਦੇ ਉੱਪਰਲੇ ਹਿੱਸੇ ਤੇ ਹੁੰਦੇ ਹਨ। ਜਦੋਂ ਉਹ ਪਾਣੀ ਦੀ ਉੱਪਰਲੀ ਸਤ੍ਹਾ ਤੇ ਤੈਰਦੀਆਂ ਹਨ ਤਾਂ ਇਹ ਉਹਨਾਂ ਨੂੰ ਸਾਹ ਲੈਣ ਵਿੱਚ ਮਦਦ ਕਰਦੇ ਹਨ। ਇਹ ਬਿਨਾਂ ਸਾਹ ਲਏ ਪਾਣੀ ਦੇ ਅੰਦਰ ਲੰਮੇ ਸਮੇਂ ਤੱਕ ਰਹਿ ਸਕਦੀਆਂ ਹਨ ਅਤੇ ਸਮੇਂ-ਸਮੇਂ ਤੇ ਇਹ ਪਾਣੀ ਦੀ ਸਤ੍ਹਾ ਤੇ ਆ ਕੇ ਸਾਹ ਲੈਂਦੀਆਂ ਹਨ। ਪਿਆਰੇ ਵਿਦਿਆਰਥੀਓ, ਸਮੁੰਦਰ ਦੇ ਮੁਕਾਬਲੇ ਝੀਲ ਅਤੇ ਦਰਿਆਵਾਂ ਵਿੱਚ ਤਾਜ਼ਾ ਪਾਣੀ ਹੁੰਦਾ ਹੈ ਜਿਨ੍ਹਾਂ ਵਿੱਚ ਵੱਖ-ਵੱਖ ਪ੍ਰਕਾਰ ਦੇ ਜੀਵ ਅਤੇ ਪੌਦੇ ਪੈਦਾ ਹੋ ਸਕਦੇ ਹਨ। ਸੋ ਵਿਦਿਆਰਥੀਓ, ਇਹਨਾਂ ਵਿੱਚ ਉੱਗਣ ਵਾਲੇ ਪੌਦਿਆਂ ਦੀਆਂ ਜੜ੍ਹਾਂ ਜਾਂ ਤਾਂ ਨਹੀਂ ਹੁੰਦੀਆਂ ਹਨ ਜਾਂ ਫਿਰ ਪੂਰੀ ਤਰ੍ਹਾਂ ਵਿਕਸਿਤ ਨਹੀਂ ਹੁੰਦੀਆਂ ਹਨ। ਤੇ ਵਿਦਿਆਰਥੀਓ, ਆਮ ਤੌਰ ਤੇ ਜਲੀ ਪੌਦੇ ਦੋ ਤਰ੍ਹਾਂ ਦੇ
ਹੋ ਸਕਦੇ ਹਨ। ਪਹਿਲਾ ਹੈ ਸੁਤੰਤਰ ਰੂਪ ਵਿੱਚ ਲਟਕਦੇ ਹੋਏ ਪੌਦੇ ਤੇ ਦੂਸਰਾ ਪਾਣੀ ਦੇ ਅੰਦਰ ਡੁੱਬੇ ਹੋਏ ਪੌਦੇ। ਤੇ ਵਿਦਿਆਰਥੀਓ, ਸੁਤੰਤਰ ਰੂਪ ਵਿੱਚ ਲਟਕਦੇ ਹੋਏ ਪੌਦੇ ਉਹ ਪੌਦੇ ਹਨ ਜੋ ਪਾਣੀ ਵਿੱਚ ਤੈਰਦੇ ਹਨ, ਜਿਵੇਂ ਕਿ ਕਮਲ ਦਾ ਪੌਦਾ। ਇਹਨਾਂ ਪੌਦਿਆਂ ਦੇ ਪੱਤੇ ਵੱਡੇ ਹੁੰਦੇ ਹਨ ਅਤੇ ਮੋਮ ਦੀ ਪਰਤ ਹੋਣ ਕਾਰਨ ਪਾਣੀ ਦਾ ਪ੍ਰਭਾਵ ਇਹਨਾਂ ਤੇ ਘੱਟ ਹੁੰਦਾ ਹੈ। ਤਣੇ ਅੰਦਰੋਂ ਹਵਾਦਾਰ ਹੋਣ ਕਰਕੇ ਇਹ ਪੌਦੇ ਤੈਰ ਸਕਦੇ ਹਨ। ਤੇ ਵਿਦਿਆਰਥੀਓ, ਹਾਈਡ੍ਰਿਲਾ ਜਿਹੇ ਪੌਦੇ ਪਾਣੀ ਦੇ ਅੰਦਰ ਪੂਰੀ ਤਰ੍ਹਾਂ ਡੁੱਬੇ ਰਹਿ ਸਕਦੇ ਹਨ। ਵਿਦਿਆਰਥੀਓ, ਆਓ ਹੁਣ ਅਸੀਂ ਡੱਡੂ ਬਾਰੇ ਗੱਲ ਕਰਦੇ ਹਾਂ ਕਿ ਇਹ ਸਿੱਲੀਆਂ ਅਤੇ ਪਾਣੀ ਵਾਲੀਆਂ ਥਾਵਾਂ ਤੇ ਕਿਸ ਤਰ੍ਹਾਂ ਆਪਣੇ ਆਪ ਨੂੰ ਢਾਲਦੇ ਹਨ। ਵਿਦਿਆਰਥੀਓ, ਡੱਡੂ ਦੇ ਪੈਰ ਵੈਬ ਦੀ ਤਰ੍ਹਾਂ ਹੁੰਦੇ ਹਨ, ਜਿਸ ਨਾਲ ਇਹ ਪਾਣੀ ਵਿੱਚ ਤੈਰ ਸਕਦੇ ਹਨ। ਇਹਨਾਂ ਦੀਆਂ ਲੱਤਾਂ ਵੀ ਲੰਬੀਆਂ ਹੁੰਦੀਆਂ ਹਨ ਅਤੇ ਤਾਕਤਵਰ ਹੁੰਦੀਆਂ ਹਨ, ਜਿਸ ਨਾਲ ਇਹ ਧਰਤੀ ਤੇ ਉਛਲ ਕੇ ਆਪਣੇ ਸ਼ਿਕਾਰ ਨੂੰ ਫੜ ਸਕਦੇ ਹਨ। ਇਹਨਾਂ ਦੀ ਚਮੜੀ ਸਿੱਲੀ ਹੁੰਦੀ ਹੈ, ਜੋ ਇਹਨਾਂ ਨੂੰ ਚਮੜੀ ਰਾਹੀਂ ਸਾਹ ਲੈਣ ਵਿੱਚ ਮਦਦ ਕਰਦੀ ਹੈ। ਪਿਆਰੇ ਵਿਦਿਆਰਥੀਓ, ਆਓ ਹੁਣ ਅਸੀਂ NCERT ਦੀ ਬੈਕ ਐਕਸਰਸਾਈਜ਼ ਦੇ ਕੁਝ ਪ੍ਰਸ਼ਨ ਉੱਤਰ ਕਰਦੇ ਹਾਂ। ਉਸ ਵਿੱਚੋਂ ਜੋ ਪਹਿਲਾ ਪ੍ਰਸ਼ਨ ਤੁਹਾਡੀ ਸਕਰੀਨ ਉੱਪਰ ਫਲੈਸ਼ ਹੋ ਰਿਹਾ ਹੈ, ਇਹ ਹੈ ਹੇਠ ਲਿਖਿਆਂ ਵਿੱਚੋਂ ਕਿਹੜੀਆਂ ਨਿਰਜੀਵ ਵਸਤਾਂ ਕਿਸੇ ਵੇਲੇ ਸਜੀਵ ਦਾ ਅੰਸ਼ ਸਨ। ਵਿਦਿਆਰਥੀਓ, ਆਪਸ਼ਨ ਹਨ ਮੱਖਣ, ਚਮੜਾ, ਮਿੱਟੀ, ਉੱਨ, ਬਿਜਲੀ ਦਾ ਬਲਬ, ਖਾਣ ਵਾਲਾ ਤੇਲ, ਨਮਕ, ਸੇਬ, ਰਬੜ। ਤੇ ਵਿਦਿਆਰਥੀਓ, ਇਸ ਪ੍ਰਸ਼ਨ ਦਾ ਆਨਸਰ ਹੈ ਮੱਖਣ, ਚਮੜਾ, ਉੱਨ, ਖਾਣ ਵਾਲਾ ਤੇਲ, ਸੇਬ ਅਤੇ ਰਬੜ। ਇਹ ਸਾਰੀਆਂ ਵਸਤੂਆਂ ਸਾਨੂੰ ਸਜੀਵਾਂ ਤੋਂ ਪ੍ਰਾਪਤ ਹੁੰਦੀਆਂ ਹਨ। ਵਿਦਿਆਰਥੀਓ, ਅਗਲਾ ਕੁਐਸਚਨ ਤੁਹਾਡੀ ਸਕਰੀਨ ਉੱਪਰ ਫਲੈਸ਼ ਹੋ ਰਿਹਾ ਹੈ। ਇਹ ਹੈ ਸਜੀਵਾਂ ਦੇ ਵਿਸ਼ੇਸ਼ ਲੱਛਣਾਂ ਦੀ ਸੂਚੀ ਬਣਾਓ। ਤੇ ਵਿਦਿਆਰਥੀਓ, ਸਜੀਵਾਂ ਦੇ ਵਿਸ਼ੇਸ਼ ਲੱਛਣ ਹਨ ਵਾਧਾ, ਪ੍ਰਜਨਨ, ਸਾਹ ਕਿਰਿਆ, ਮਲ ਤਿਆਗ, ਗਤੀ, ਉਤੇਜਨਾ ਪ੍ਰਤੀ ਅਨੁਕਿਰਿਆ। ਵਿਦਿਆਰਥੀਓ, ਨੈਕਸਟ ਕੁਐਸਚਨ ਜੋ ਤੁਹਾਡੀ ਸਕਰੀਨ ਤੇ ਫਲੈਸ਼ ਹੋ ਰਿਹਾ ਹੈ, ਇਹ ਹੈ ਘਾਹ ਦੇ ਮੈਦਾਨੀ ਖੇਤਰਾਂ ਵਿੱਚ ਰਹਿਣ ਵਾਲੇ ਜੰਤੂਆਂ ਨੂੰ ਆਪਣੀ ਹੋਂਦ ਬਣਾਈ ਰੱਖਣ ਲਈ ਤੇਜ਼ ਗਤੀ ਕਿਉਂ ਜ਼ਰੂਰੀ ਹੈ। ਵਿਦਿਆਰਥੀਓ, ਇਸ ਦਾ ਆਨਸਰ ਹੈ ਘਾਹ ਦੇ ਮੈਦਾਨੀ ਖੇਤਰ ਵਿੱਚ ਛਿਪਣ ਲਈ ਰੁੱਖਾਂ ਦੀ ਸੰਖਿਆ ਬਹੁਤ ਘੱਟ ਹੁੰਦੀ ਹੈ। ਇਸ ਲਈ ਸ਼ਿਕਾਰ ਕਰਨ ਜਾਂ ਸ਼ਿਕਾਰ ਹੋਣ ਤੋਂ ਬਚਣ ਲਈ ਜੰਤੂਆਂ ਲਈ ਤੇਜ਼ ਗਤੀ ਜ਼ਰੂਰੀ ਹੈ। ਸੋ ਪਿਆਰੇ ਵਿਦਿਆਰਥੀਓ, ਸਾਡੇ ਚੌਗਿਰਦੇ ਵਿੱਚ ਪਾਏ ਜਾਣ ਵਾਲੇ ਜੀਵਾਂ ਦੀ ਭਿੰਨਤਾ ਨੂੰ ਦੇਖ ਕੇ ਅਚਾਨਕ ਹੀ ਮੂੰਹ ਵਿੱਚੋਂ ਨਿਕਲ ਜਾਂਦਾ ਹੈ ਕਿ ਜੀਵਨ ਸੁੰਦਰ ਹੈ।